क्योंकि 2000 ਦੇ ਦਹਾਕੇ ਤੋਂ ਈਸਾਈ ਆਬਾਦੀ ਵਿੱਚ ਘਾਟਾ ਹੋਇਆ ਹੈ, ਇਸ ਲਈ ਜ਼ਿਆਦਾਤਰ ਚਰਚ ਆਪਣੇ ਦਰਵਾਜ਼ੇ ਬੰਦ ਕਰ ਰਹੇ ਹਨ। ਹਾਲਾਂਕਿ ਅਜਿਹਾ ਹੋਣ ਦੇ ਬਾਵਜੂਦ ਇੱਕ ਚਰਚ ਪੂਰੀ ਦੁਨੀਆ ਵਿੱਚ ਮੰਦਰਾਂ ਦਾ ਨਿਰਮਾਣ ਕਰ ਰਿਹਾ ਹੈ ਅਤੇ ਬਹੁਤ ਸਾਰੇ ਲੋਕ ਇਸ ਚਰਚ ਵਿੱਚ ਇਕੱਠੇ ਹੋ ਰਹੇ ਹਨ। 1990 ਦੇ ਦਹਾਕੇ ਵਿੱਚ ਇਸ ਚਰਚ ਦੇ ਅਧਿਕਾਰੀ ਨੇ ਅਮਰੀਕਾ ਵਿੱਚ ਇੱਕ ਬ੍ਰਾਂਚ ਚਰਚ ਦੀ ਸਥਾਪਨਾ ਲਈ ਇੱਕ ਸਥਾਨਕ ਬੈਂਕ ਦਾ ਦੌਰਾ ਕੀਤਾ। ਬੈਂਕ ਅਧਿਕਾਰੀ ਨੇ ਕਿਹਾ, ਅਮਰੀਕਾ ਵਿੱਚ ਪਹਿਲਾਂ ਤੋਂ ਹੀ ਕਈ ਕੋਰੀਅਨ ਚਰਚ ਹਨ, ਇੱਥੇ ਚਰਚ ਸਥਾਪਿਤ ਕਰਨਾ ਆਸਾਨ ਨਹੀਂ ਹੋਵੇਗਾ। ਹਾਲਾਂਕਿ ਚਰਚ ਦੇ ਅਧਿਕਾਰੀ ਨੇ ਵਿਸ਼ਵਾਸ ਨਾਲ ਕਿਹਾ, ਜਲਦ ਹੀ ਸਾਡਾ ਚਰਚ ਪੂਰੇ ਅਮਰੀਕਾ ਵਿੱਚ ਸਥਾਪਿਤ ਕੀਤਾ ਜਾਏਗਾ। ਬਾਕੀ ਸਾਰੇ ਚਰਚ ਐਤਵਾਰ ਦੇ ਦਿਨ ਆਰਾਧਨਾ ਕਰਦੇ ਹਨ, ਪਰ ਇਹ ਚਰਚ ਸ਼ਨੀਵਾਰ ਦੇ ਦਿਨ ਆਰਾਧਨਾ ਕਰਦਾ ਹੈ। ਸਿਰਫ ਇਹ ਚਰਚ ਪਸਾਹ ਦੇ ਦਿਨ ਯੀਸ਼ੂ ਦੇ ਮਾਂਸ ਅਤੇ ਲਹੂ ਨੂੰ ਦਰਸਾਉਂਦੀ ਰੋਟੀ ਖਾਂਦਾ ਹੈ ਅਤੇ ਦਾਖਰਸ ਪੀਂਦਾ ਹੈ। ਇਹ ਚਰਚ ਪਿਤਾ ਪਰਮੇਸ਼ਵਰ ਦੇ ਨਾਲ ਮਾਤਾ ਪਰਮੇਸ਼ਵਰ ਉੱਤੇ ਵੀ ਵਿਸ਼ਵਾਸ ਕਰਦਾ ਹੈ। ਕੋਰੀਆ ਵਿੱਚ ਸ਼ੁਰੂ ਹੋਇਆ ਇਹ ਚਰਚ ਨਿਸ਼ਚਿਤ ਤੌਰ ਤੇ ਦੂਜੇ ਚਰਚਾਂ ਤੋਂ ਵੱਖਰਾ ਹੈ। ਅਜਿਹਾ ਕਿਉਂ ਹੈ? ਜੇਕਰ ਤੁਸੀਂ ਚਰਚ ਜਾਂਦੇ ਹੋ ਤਾਂ ਤੁਹਾਨੂੰ ਇਸ ਚਰਚ ਨੂੰ ਜਾਣਨਾ ਚਾਹੀਦਾ ਹੈ। ਅੱਜ ਮੈਂ ਚਰਚ ਆਫ ਗॉड ਵਰਲਡ ਮਿਸ਼ਨ ਸੁਸਾਇਟੀ ਨੂੰ ਪੇਸ਼ ਕਰਨਾ ਚਾਹਾਂਗਾ। ਚਰਚ ਆਫ ਗॉड ਵਰਲਡ ਮਿਸ਼ਨ ਸੁਸਾਇਟੀ ਕੋਰੀਆ ਗਣਰਾਜ ਵਿੱਚ ਲਗਭਗ 400 ਸਥਾਨਾਂ ਵਿੱਚ ਸਥਾਪਿਤ ਕੀਤਾ ਗਿਆ ਹੈ ਅਤੇ ਪ੍ਰਤੀਨਿਧੀ ਚਰਚ ਕੋਰੀਆ ਵਿੱਚ ਨਵੀਂ ਯਰੂਸ਼ਲਮ ਪਾਂਗਿਓ ਮੰਦਿਰ ਹੈ। ਚਰਚ ਲਗਭਗ ਹਰ ਸ਼ਹਿਰ ਵਿੱਚ ਹੈ, ਇਸ ਲਈ ਤੁਸੀਂ ਕਿਤੇ ਵੀ ਚਰਚ ਆਫ ਗॉड ਨੂੰ ਆਸਾਨੀ ਨਾਲ ਲੱਭ ਸਕਦੇ ਹੋ। ਚਰਚ ਆਫ ਗॉड ਦਾ ਇਤਿਹਾਸ 16 ਦਸੰਬਰ 1948 ਵਿੱਚ ਸ਼ੁਰੂ ਹੋਇਆ, ਜਦੋਂ ਸੰਸਥਾਪਕ ਅਨਸੰਗ ਹੁੰਗ ਜੀ ਨੇ ਕੋਰੀਆ ਦੇ ਨਾਕਸਮ ਇੰਚਨ ਵਿੱਚ ਬਪਤਿਸਮਾ ਲਿਆ। 1964 ਵਿੱਚ ਕੋਰੀਆ ਵਿੱਚ ਬੁਸਾਨ ਦੇ ਹੇਓਂਡੇਗੂ ਵਿੱਚ ਚਰਚ ਆਫ ਗॉड ਦੀ ਸਥਾਪਨਾ ਕੀਤੀ ਗਈ ਸੀ। ਸ਼ੁਰੂਆਤੀ ਦਿਨਾਂ ਵਿੱਚ ਇਹ ਇੱਕ ਛੋਟਾ ਹਾਊਸ ਚਰਚ ਸੀ, ਪਰ ਬਾਈਬਲ ਦੀ ਪਾਲਣਾ ਕਰਨ ਦੇ ਨਤੀਜੇ ਵਜੋਂ ਇਹ 1990 ਦੇ ਦਹਾਕੇ ਤੋਂ ਵਿਸਫੋਟਕ ਤੌਰ ਤੇ ਵਿਕਸਿਤ ਹੋਇਆ ਹੈ। ਹੁਣ ਚਰਚ ਦੁਨੀਆ ਦੇ ਲਗਭਗ ਸਾਰੇ ਵੱਡੇ ਸ਼ਹਿਰਾਂ ਵਿੱਚ ਸਥਾਪਿਤ ਕੀਤਾ ਗਿਆ ਹੈ। ਇਹ ਨੇਪਾਲ ਦੇ ਸੇਰਤੁੰਗ ਵਿੱਚ, ਜੋ ਹਿਮਾਲਿਆ ਵਿੱਚ ਸਮੁੰਦਰੀ ਤਲ ਤੋਂ 4000 ਮੀਟਰ ਦੀ ਉਚਾਈ ਉੱਤੇ ਹੈ, ਬ੍ਰਾਜ਼ੀਲ ਦੇ ਤਰੁਮਾ, ਐਮਾਜ਼ਨ ਰੇਨਫੋਰਸਟ ਵਿੱਚ ਆਰਕਟਿਕ ਦੇ ਨੇੜੇ, ਅਲਾਸਕਾ ਵਿੱਚ ਦੁਨੀਆ ਦੇ ਸਭ ਤੋਂ ਦੱਖਣੀ ਸ਼ਹਿਰ ਅਰਜਨਟੀਨਾ ਦੇ ਉਸ਼ਵਾਇਆ ਵਿੱਚ ਵੀ ਸਥਾਪਿਤ ਕੀਤਾ ਗਿਆ ਹੈ। ਇਹ ਅਸਲ ਵਿੱਚ ਗਲੋਬਲ ਪਿੰਡ ਦੇ ਹਰ ਕੋਨੇ ਵਿੱਚ ਹੈ। ਸਾਲ 2023 ਤੱਕ ਇਹ ਚਰਚ 175 ਦੇਸ਼ਾਂ ਵਿੱਚ 7500 ਸਥਾਨਾਂ ਵਿੱਚ ਹੈ। ਇਹ ਉਹ ਚਰਚ ਬਣ ਗਿਆ ਹੈ ਜਿਸ ਤੇ ਕਦੇ ਸੂਰਜ ਨਹੀਂ ਡੁੱਬਦਾ। ਚਰਚ ਆਫ ਗॉड ਇੰਨੇ ਥੋੜੇ ਸਮੇਂ ਵਿੱਚ ਇੱਕ ਗਲੋਬਲ ਚਰਚ ਦੇ ਰੂਪ ਵਿੱਚ ਕਿਵੇਂ ਵਿਕਸਿਤ ਹੋਇਆ? ਕਈ ਕਾਰਨ ਹੋ ਸਕਦੇ ਹਨ। ਪਹਿਲਾ, ਚਰਚ ਬਾਈਬਲ ਦੀ ਪਾਲਣਾ ਕਰ ਰਿਹਾ ਹੈ। ਮੈਂ ਤੁਹਾਨੂੰ ਅੰਤ ਵਿੱਚ ਸਭ ਤੋਂ ਮਹੱਤਵਪੂਰਨ ਕਾਰਨ ਬਾਰੇ ਦੱਸਾਂਗਾ। ਸ਼ੁਰੂਆਤ ਵਿੱਚ ਚਰਚ ਆਫ ਗॉड ਬਹੁਤ ਗਰੀਬ ਸੀ। 1970 ਦੇ ਦਹਾਕੇ ਵਿੱਚ ਦੇਸ਼ ਭਰ ਵਿੱਚ 4 ਚਰਚ ਸੀ ਅਤੇ 1980 ਦੇ ਦਹਾਕੇ ਵਿੱਚ ਦੇਸ਼ ਭਰ ਵਿੱਚ 13 ਚਰਚ ਸੀ। ਉਹ ਸਾਰੇ ਚਰਚ ਛੋਟੇ ਹਾਊਸ ਚਰਚ ਸੀ। ਉਹ ਮੁਸ਼ਕਿਲ ਸਥਿਤੀ ਵਿੱਚ ਸੀ। ਉਹਨਾਂ ਦਿਨਾਂ ਵਿੱਚ ਸੰਸਥਾਪਕ ਅਨਸੰਗ ਹੁੰਗ ਜੀ ਨੇ ਵਿਸ਼ਵਾਸ ਨਾਲ ਕਿਹਾ, ਸਾਡਾ ਚਰਚ ਨਿਸ਼ਚਿਤ ਤੌਰ ਤੇ ਪੂਰੀ ਦੁਨੀਆ ਵਿੱਚ ਸਥਾਪਿਤ ਕੀਤਾ ਜਾਏਗਾ। ਹਾਲਾਂਕਿ ਚਰਚ ਦੇ ਮੈਂਬਰਾਂ ਨੇ ਵੀ ਇਸ ਉੱਤੇ ਪੂਰੀ ਤਰ੍ਹਾਂ ਵਿਸ਼ਵਾਸ ਨਹੀਂ ਕੀਤਾ। ਇਹ ਉਹਨਾਂ ਲਈ, ਜੋ ਛੋਟੇ ਜਿਹੇ ਕਮਰੇ ਵਿੱਚ ਆਰਾਧਨਾ ਕਰਦੇ ਸੀ, ਕਲਪਨਾਯੋਗ ਨਹੀਂ ਸੀ ਕਿ ਚਰਚ ਦੀ ਸਥਾਪਨਾ ਪੂਰੀ ਦੁਨੀਆ ਵਿੱਚ ਹੋਵੇਗੀ। ਜੇਕਰ ਤੁਸੀਂ ਉਸ ਸਥਿਤੀ ਵਿੱਚ ਹੁੰਦੇ ਤਾਂ ਤੁਸੀਂ ਕੀ ਕਰਦੇ? ਹਾਲਾਂਕਿ ਚਰਚ ਆਫ ਗॉड ਸੰਸਾਰ ਦੇ ਪੱਖ ਵਿੱਚ ਨਹੀਂ ਖੜਾ ਸੀ। ਆਮ ਤੌਰ ਤੇ ਚਰਚ ਐਤਵਾਰ ਦੇ ਦਿਨ ਆਰਾਧਨਾ ਕਰਦੇ ਹਨ ਅਤੇ 25 ਦਸੰਬਰ ਨੂੰ ਕ੍ਰਿਸਮਸ ਮਨਾਉਂਦੇ ਹਨ, ਹੈ ਨਾ? ਹਾਲਾਂਕਿ ਇਹ ਚਰਚ ਹੋਰ ਚਰਚਾਂ ਨਾਲੋਂ ਵੱਖਰਾ ਹੈ। ਚਰਚ ਆਫ ਗॉड ਸ਼ਨੀਵਾਰ ਦੇ ਦਿਨ ਸਬਤ ਅਤੇ ਹਰ ਸਾਲ ਆਖਰੀ ਭੋਜ ਦੇ ਨਾਮ ਨਾਲ ਪ੍ਰਸਿੱਧ ਪਸਾਹ ਮਨਾਉਂਦਾ ਹੈ। ਅਜਿਹਾ ਕਿਉਂ ਹੈ? ਅਜਿਹਾ ਇਸ ਲਈ ਹੈ ਕਿਉਂਕਿ ਉਹ ਬਾਈਬਲ ਦੀ ਪਾਲਣਾ ਕਰਦੇ ਹੋਏ ਆਰਾਧਨਾ ਕਰਦੇ ਹਨ। ਚਰਚ ਆਫ ਗॉड ਦੀਆਂ ਇਹਨਾਂ ਇਮਾਰਤਾਂ ਉੱਤੇ ਇੱਕ ਨਜ਼ਰ ਪਾਓ। ਕੀ ਤੁਸੀਂ ਇੱਕ ਨਜ਼ਰ ਵਿੱਚ ਦੱਸ ਸਕਦੇ ਹੋ ਕਿ ਇਹ ਇਮਾਰਤ ਇੱਕ ਚਰਚ ਹੈ? ਅਸਲ ਵਿੱਚ ਨਹੀਂ। ਕੀ ਫਰਕ ਹੈ? ਚਰਚ ਆਫ ਗॉड ਵਿੱਚ ਸਲੀਬ ਨਹੀਂ ਹੈ। ਚਰਚ ਆਫ ਗॉड ਕਿਉਂ ਸਲੀਬ ਖੜਾ ਨਹੀਂ ਕਰਦਾ ਹੈ? ਅਜਿਹਾ ਇਸ ਲਈ ਹੈ ਕਿਉਂਕਿ ਉਹ ਬਾਈਬਲ ਦੀ ਪਾਲਣਾ ਕਰਦਾ ਹੈ। ਕਈ ਵਾਰ ਲੋਕ ਕਹਿੰਦੇ ਹਨ ਕਿ ਚਰਚ ਆਫ ਗॉड ਨੂੰ ਵੀ ਐਤਵਾਰ ਨੂੰ ਆਰਾਧਨਾ ਨਹੀਂ ਕਰਨੀ ਚਾਹੀਦੀ। ਕੀ ਪਸਾਹ ਇੰਨਾ ਮਹੱਤਵਪੂਰਨ ਹੈ ਕਿ ਸਭ ਕੁਝ ਤਦ ਤੱਕ ਚੰਗਾ ਨਹੀਂ ਹੈ ਜਦੋਂ ਤੱਕ ਲੋਕ ਇਸ ਨੂੰ ਪਸੰਦ ਕਰਦੇ ਹਨ? ਹਾਲਾਂਕਿ ਚਰਚ ਨੇ ਇੱਕ ਮਾਸਿਕ ਅਖਬਾਰ ਦੀ ਇੱਕ ਇੰਟਰਵਿਊ ਵਿੱਚ ਕਿਹਾ, ਚੰਗਿਆਈ ਨੂੰ ਬੁਰਾਈ ਤੋਂ, ਸੱਚ ਨੂੰ ਝੂਠ ਤੋਂ ਵੱਖ ਕਰਨ ਦਾ ਮਿਆਰ ਬਾਈਬਲ ਹੈ, ਲੋਕਾਂ ਦੇ ਨਜ਼ਰੀਏ ਨਹੀਂ। ਚਰਚ ਆਫ ਗॉड ਬਾਈਬਲ ਦੁਆਰਾ ਦੱਸੇ ਗਏ ਸਹੀ ਮਾਰਗ ਤੇ ਚੱਲਿਆ ਅਤੇ ਇੱਕ ਚਮਕਦਾਰ ਪਲ ਵਿੱਚ ਛਾਲ ਮਾਰੀ। 1980 ਦੇ ਦਹਾਕੇ ਵਿੱਚ ਦੇਸ਼ ਭਰ ਵਿੱਚ ਸਿਰਫ 13 ਚਰਚ ਸੀ, ਪਰ ਚਰਚ ਤੇਜ਼ੀ ਨਾਲ ਵਧਣ ਲੱਗਿਆ। ਸਾਲ 1988 ਵਿੱਚ ਰਜਿਸਟਰਡ ਮੈਂਬਰਾਂ ਦੀ ਗਿਣਤੀ 10,000 ਸੀ। ਸਾਲ 1997 ਵਿੱਚ ਉਹਨਾਂ ਨੇ ਅਮਰੀਕਾ ਅਤੇ ਹੋਰ ਦੇਸ਼ਾਂ ਵਿੱਚ ਮਿਸ਼ਨਰੀ ਕੰਮ ਸ਼ੁਰੂ ਕੀਤਾ। ਸਾਲ 2000 ਤੱਕ ਰਜਿਸਟਰਡ ਮੈਂਬਰਾਂ ਦੀ ਗਿਣਤੀ 3 ਲੱਖ ਤੱਕ ਪਹੁੰਚ ਗਈ। ਵਿਕਾਸ ਦੀ ਰਫ਼ਤਾਰ ਤੇਜ਼ ਹੋਣ ਲੱਗੀ। ਸਾਲ 2008 ਵਿੱਚ 10 ਲੱਖ ਅਤੇ 2013 ਵਿੱਚ 20 ਲੱਖ ਅਤੇ 2018 ਵਿੱਚ 30 ਲੱਖ। ਸਾਲ 2023 ਤੱਕ ਦੁਨੀਆ ਭਰ ਵਿੱਚ 33 ਲੱਖ ਰਜਿਸਟਰਡ ਮੈਂਬਰ ਹਨ। ਸਾਲ 1988 ਤੋਂ ਸਾਲ 2023 ਤੱਕ 35 ਸਾਲਾਂ ਵਿੱਚ ਮੈਂਬਰਾਂ ਦੀ ਗਿਣਤੀ ਵਿੱਚ 330 ਗੁਣਾ ਵਾਧਾ ਹੋਇਆ। ਇਹ ਹਰੇਕ ਸਾਲ 1 ਲੱਖ ਮੈਂਬਰਾਂ ਦਾ ਵਾਧਾ ਹੈ। ਚਰਚ, ਜੋ ਨਿੱਜੀ ਚਰਚ ਦੀ ਇਮਾਰਤ ਦੇ ਬਿਨਾਂ ਘਰ ਵਿੱਚ ਆਰਾਧਨਾ ਕਰਦਾ ਸੀ, ਨੇ ਸ਼ਾਨਦਾਰ ਵਿਕਾਸ ਹਾਸਿਲ ਕੀਤਾ ਹੈ।
ਕੀ ਤੁਹਾਨੂੰ ਯਾਦ ਹੈ ਕਿ ਮੈਂ ਤੁਹਾਨੂੰ ਇਸ ਵੀਡੀਓ ਦੇ ਅੰਤ ਵਿੱਚ ਚਰਚ ਦੇ ਤੇਜ਼ੀ ਨਾਲ ਵਾਧੇ ਦਾ ਸਭ ਤੋਂ ਮਹੱਤਵਪੂਰਨ ਕਾਰਨ ਦੱਸਣ ਵਾਲਾ ਸੀ? ਜੇਕਰ ਤੁਸੀਂ ਕਿਸੇ ਅਜਿਹੇ ਵਿਅਕਤੀ ਨੂੰ ਜਾਣਦੇ ਹੋ ਜੋ ਚਰਚ ਆਫ ਗॉड ਵਿੱਚ ਜਾਂਦਾ ਹੈ, ਤਦ ਉਸ ਨੂੰ ਪੁੱਛੋ ਚਰਚ ਆਫ ਗॉड ਬਾਰੇ ਸਭ ਤੋਂ ਵਧੀਆ ਗੱਲ ਕੀ ਹੈ। ਉਹਨਾਂ ਵਿੱਚੋਂ ਬਹੁਤ ਕਹਿਣਗੇ ਇਹ ਮਾਤਾ ਪਰਮੇਸ਼ਵਰ ਹੈ। ਮਾਤਾ ਪਰਮੇਸ਼ਵਰ ਚਰਚ ਆਫ ਗॉड ਦਾ ਦਸਤਖਤ ਸੱਚ ਹੈ। ਲੋਕ ਕਹਿੰਦੇ ਹਨ ਸਬਤ ਦਾ ਦਿਨ ਚੰਗਾ ਹੈ, ਪਸਾਹ ਦਾ ਪਰਵ ਚੰਗਾ ਹੈ। ਜੇਕਰ ਉਹ ਮਾਤਾ ਪਰਮੇਸ਼ਵਰ ਉੱਤੇ ਵਿਸ਼ਵਾਸ ਨਹੀਂ ਕਰਦੇ ਤਦ ਇਹ ਹੋਰ ਵੀ ਤੇਜ਼ੀ ਨਾਲ ਵਧੇਗਾ। ਫਿਰ ਵੀ ਚਰਚ ਆਫ ਗॉड ਮਾਤਾ ਪਰਮੇਸ਼ਵਰ ਉੱਤੇ ਵਿਸ਼ਵਾਸ ਕਰਦਾ ਹੈ, ਜਿਸ ਦੀ ਉਤਪਤੀ ਤੋਂ ਲੈ ਕੇ ਪ੍ਰਕਾਸ਼ ਦੀ ਪੋਥੀ ਤੱਕ ਪੂਰੀ ਬਾਈਬਲ ਵਿੱਚ ਸਪਸ਼ਟ ਤੌਰ ਤੇ ਗਵਾਹੀ ਦਿੱਤੀ ਗਈ ਹੈ। ਜੇਕਰ ਤੁਸੀਂ ਮਾਤਾ ਪਰਮੇਸ਼ਵਰ ਬਾਰੇ ਜ਼ਿਆਦਾ ਜਾਣਨਾ ਚਾਹੁੰਦੇ ਹੋ ਤਦ ਕਿਰਪਾ ਕਰਕੇ ਉੱਪਰ ਦਿੱਤਾ ਗਿਆ ਵੀਡੀਓ ਵੇਖੋ। ਕੀ ਤੁਹਾਨੂੰ ਯਾਦ ਹੈ ਕਿ ਲੋਕਾਂ ਨੇ ਚਰਚ ਆਫ ਗॉड ਦੀ ਸਹੀ ਕੀਮਤ ਨੂੰ ਇਸ ਲਈ ਪਹਿਚਾਣਿਆ ਕਿਉਂਕਿ ਇਹ ਬਾਈਬਲ ਦੁਆਰਾ ਦੱਸੇ ਗਏ ਸਹੀ ਰਸਤੇ ਤੇ ਚੱਲਿਆ। ਲੋਕ ਕਹਿੰਦੇ ਹਨ ਬਾਈਬਲ ਦੀ ਪਾਲਣਾ ਕਰਨਾ ਅਸੰਭਵ ਹੈ, ਕੋਈ ਵੀ ਸਬਤ ਜਾਂ ਪਸਾਹ ਨਹੀਂ ਮਨਾਉਂਦਾ। ਇਸ ਯੁੱਗ ਵਿੱਚ ਉਹਨਾਂ ਦਾ ਪਾਲਨ ਕਰਨਾ ਔਖਾ ਹੈ, ਉਹਨਾਂ ਨੂੰ ਛੱਡ ਦੇਣਾ ਹੀ ਵਧੀਆ ਹੈ। ਪਰ ਪਤਰਸ ਅਤੇ ਯੋਹੰਨਾ ਨੇ ਉਹਨਾਂ ਨੂੰ ਉੱਤਰ ਦਿੱਤਾ ਕਿ ਪਰਮੇਸ਼ਵਰ ਦੇ ਅੱਗੇ ਇਹ ਯੋਗ ਹੈ ਜੋ ਅਸੀਂ ਪਰਮੇਸ਼ਵਰ ਨਾਲ ਤੁਹਾਡੀ ਬਹੁਤੀ ਸੁਣੀਏ। ਤੁਸੀਂ ਆਪੇ ਫੈਸਲਾ ਕਰੋ। ਕੀ ਤੁਹਾਨੂੰ ਲੱਗਦਾ ਹੈ ਕਿ ਸਾਰੇ ਚਰਚ ਇੱਕੋ ਜਿਹੇ ਹਨ? ਹਾਲਾਂਕਿ ਇਹ ਸੱਚ ਨਹੀਂ ਹੈ। ਅੱਜ ਬਹੁਤ ਸਾਰੇ ਚਰਚ ਹਨ, ਪਰ ਸੰਸਾਰ ਵਿੱਚ ਸਿਰਫ ਇੱਕ ਹੀ ਚਰਚ ਹੈ ਜੋ ਬਾਈਬਲ ਦੀ ਪਾਲਣਾ ਕਰਦੇ ਹੋਏ ਸਬਤ ਦਾ ਦਿਨ ਅਤੇ ਪਸਾਹ ਦਾ ਪਰਬ ਮਨਾਉਂਦਾ ਹੈ ਅਤੇ ਪਿਤਾ ਪਰਮੇਸ਼ਵਰ ਦੇ ਨਾਲ ਮਾਤਾ ਪਰਮੇਸ਼ਵਰ ਉੱਤੇ ਵੀ ਵਿਸ਼ਵਾਸ ਕਰਦਾ ਹੈ। ਇਹ ਚਰਚ ਆਫ ਗॉड ਵਰਲਡ ਵਿਸ਼ਵ ਸੁਸਾਇਟੀ ਹੈ।